ਜਿਹੜਾ ਵਿਦਿਆਰਥੀ ਬਰੈਂਪਟਨ ਇਮੀਗ੍ਰੇਸ਼ਨ ਦੇ ਥਰੂ ਪਹੁੰਚਦਾ ਆ, ਉਹ ਜਿਸ ਦਿਨ ਲੈਂਡ ਕਰਦਾ ਉਸ ਤੋਂ ਅਗਲੇ ਦਿਨ ਉਹ ਆਪਣਾ ਜੌਬ ਸਟਾਰਟ ਕਰ ਦਿੰਦਾ ਹੈ। ਕਿਊਬੈਕ ਦੇ ਕਿਸੇ ਕਾਲਜ ਪੜ੍ਹਾਈ ਕਰਦਾ ਪਿਆ ਸੀਗਾ, 3 ਸਮੈਸਟਰ ਪੂਰੇ ਹੋ ਚੁੱਕੇ ਨੇ, ਚੌਥੇ ਸਮੈਸਟਰ ਦੀ ਫੀਸ ਦੇ ਚੁੱਕਾ ਸੀਗਾ ਤੇ ਹੁਣ ਉਹ ਕਾਲਜ ਕਹਿੰਦਾ ਕਿ ਮਿੱਤਰਾ ਅਗਰ ਤੁਸੀਂ ਇੱਥੇ ਪੜ੍ਹਾਈ ਕਰਦੇ ਪਏ ਹੋ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਹੈਗਾ। ਉਹ ਵਿਚਾਰਾ ਜਵਾਕ ਦੇ ਕੋਲੇ ਦੋ ਹੀ ਆਪਸ਼ਨਸ ਰਹਿ ਜਾਂਦੀਆਂ ਨੇ, ਜਾਂ ਤਾਂ ਆਪਣੀ ਦੁਬਾਰਾ ਤੋਂ 2 ਸਾਲ ਦੀ ਪੜ੍ਹਾਈ ਕਰਨੀ ਸ਼ੁਰੂ ਕਰੇ ਜਾਂ ਐਲਐਮਆਈ ਲਵੇ। ਤੁਸੀਂ ਹੁਣੇ ਲਵਪ੍ਰੀਤ ਬਿਆਨ ਉਹਨਾਂ ਦੇ ਕੇਸ ਦੀ ਗੱਲ ਕੀਤੀ, ਇਸ ਕੀ ਸੱਚਾਈਆਂ ਨੇ ਕੀ ਨਹੀਂ ਸੱਚਾਈਆਂ ਨੇ, ਕੀ ਗਰਾਊਂਡਸ ਨੇ ਕੀ ਨਹੀਂ ਗਰਾਊਂਡਸ ਨੇ, ਉਹਨਾਂ 'ਚ ਨਹੀਂ ਮੈਂ ਪੈ ਰਿਹਾ ਹੈਗਾ। ਪਰ ਮੇਜਰ ਕੰਸਰਨਸ ਜਿਹੜੇ ਨੇ, ਜਦੋਂ ਵੀ ਕੋਈ ਐਸੀ ਸਟੋਰੀਜ਼ ਲਾਈਮਲਾਈਟਸ ਦੇ ਵਿੱਚ ਆਉਂਦੀਆਂ ਨੇ, ਉਹਦੇ ਨਾਲ 100% ਅਸਰ ਹੁੰਦਾ ਆ। ਅੱਜ ਦੀ ਡੇਟ ਦੇ ਉੱਤੇ ਬਹੁਤ ਜ਼ਿਆਦਾ ਨੈਗੇਟਿਵ ਰਿਜ਼ਲਟਸ ਆ ਰਹੇ ਨੇ, ਸਪਾਊਜ਼ਲ ਪੀਆਰ ਦੇ ਕੇਸਿਸ ਹੋਣ ਜਾਂ ਖਾਸ ਕਰਕੇ ਸਪਾਊਜ਼ਲ ਓਪਨ ਪਰਮਿਟ ਦੇ ਕੇਸਿਸ ਹੋਣ। ਸਤਿ ਸ਼੍ਰੀ ਅਕਾਲ, ਔਨ-에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਕੈਨੇਡਾ ਦੇ ਵਿੱਚ ਇਸ ਵੇਲੇ ਵਿਦਿਆਰਥੀਆਂ ਦੇ ਲਈ ਪਹਿਲਾਂ ਜਿੱਥੇ ਡਰ ਫੈਲ ਗਿਆ ਸੀਗਾ ਕਿ ਬਹੁਤ ਸਾਰੇ ਵੀਜ਼ੇ ਜਿਹੜੇ ਆ ਰਿਜੈਕਟ ਹੋ ਰਹੇ ਔਰ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਸੀ, ਔਰ ਇਹ ਚੀਜ਼ਾਂ ਦਾ ਲੈ ਕੇ ਵੀ ਜਿਹੜੇ ਬੱਚਿਆਂ ਨੂੰ ਪਹਿਲਾਂ ਹੀ ਸਟੱਡੀ ਵੀਜ਼ਾ ਮਿਲਿਆ ਹੋਇਆ ਪਰ ਅਜੇ ਤੱਕ ਭਾਰਤ ਦੇ ਵਿੱਚ ਸੀਗੇ, ਔਰ ਉਡਾਨਾਂ ਕਿਤੇ ਨਾ ਕਿਤੇ ਰੱਦ ਹੋ ਰਹੀਆਂ ਨੇ ਤੇ ਜਿਹੜੀਆਂ ਜਾ ਰਹੀਆਂ ਨੇ ਉਹ ਬਹੁਤ ਮਹਿੰਗੇ ਭਾਅ ਦੀਆਂ ਨੇ। ਸੋ ਵਿਦਿਆਰਥੀਆਂ ਦੇ ਆਲੇ ਦੁਆਲੇ ਤਰ੍ਹਾਂ ਦੇ ਜਿਹੜੇ ਖਤਰੇ ਮੰਡਰਾ ਰਹੇ ਨੇ, ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਜਿਹੜੇ ਹੈਗੇ ਉਹ ਬਹੁਤ ਸੋਹਣੇ ਤਰੀਕੇ ਨਾਲ ਵਿਦਿਆਰਥੀਆਂ ਦੀ ਮਦਦ ਕਰ ਰਹੇ ਨੇ। ਤੇ ਇਸ ਵੇਲੇ ਬਰੈਂਪਟਨ ਇਮੀਗ੍ਰੇਸ਼ਨ ਤੋਂ ਸੰਦੀਪ ਜੀ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਖਾਸ ਤੌਰ ਤੇ ਉਹਨਾਂ ਦੇ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵਿਦਿਆਰਥੀਆਂ ਨੇ ਭਾਰਤ ਤੋਂ ਕੈਨੇਡਾ ਨੂੰ ਜਾਣਾ, ਉਹ ਗੱਲ ਤਾਂ ਉਹਨਾਂ ਦੀਆਂ ਕਿਵੇਂ ਜਿਹੜੀ ਮਦਦ ਕਰ ਸਕਦੇ। ਖਾਸ ਤੌਰ ਤੇ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਬੈਠੇ ਹੋਏ ਆ ਔਰ ਉਹਨਾਂ ਨੇ ਆਪਣੀ ਸਟੱਡੀ ਜੇ ਅੱਗੇ ਕੰਟੀਨਿਊ ਕਰਨੀ ਆ ਜਾਂ ਉੱਥੋਂ ਪੀਆਰ ਦੇ ਲਈ ਅਪਲਾਈ ਕਰਨਾ ਜਾਂ ਜੌਬਸ ਦੇ ਲਈ ਉਹ ਕੀ ਸੋਚ ਰਹੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਕਿਵੇਂ ਦੀ ਭੂਮਿਕਾ ਨਿਭਾ ਸਕਦੇ ਨਾ, ਤਮਾਮ ਚੀਜ਼ਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਰੋਤਿਆਂ ਦੇ ਰੂਬਰੂ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਲੇਟੈਸਟ ਅਪਡੇਟ ਜਾਣਨਾ ਚਾਹੁੰਦੀ ਹਾਂ ਕਿ ਇਸ ਵੇਲੇ ਕਿਵੇਂ ਦੇ ਹਾਲਾਤ ਹੈਗੇ। ਬਹੁਤ ਚੀਜ਼ਾਂ ਸੁਣਨ ਨੂੰ ਮਿਲੀਆਂ ਕਿ ਇੰਨੀਆਂ ਰਿਜੈਕਸ਼ਨਾਂ ਆ ਗਈਆਂ ਔਰ ਜਿਨ੍ਹਾਂ ਨੂੰ ਮਿਲੀ ਹੋਈ ਆ, ਮਤਲਬ ਵੀਜ਼ਾ ਮਿਲਿਆ ਹੋਇਆ, ਉਹ ਜਾ ਨਹੀਂ ਪਾ ਰਹੇ ਹੋ ਜਾਂ ਫਿਰ ਬਹੁਤ ਮਹਿੰਗੀਆਂ ਟਿਕਟਸ ਮਿਲ ਰਹੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਰੰਟ ਜਿਹੜੇ ਹਾਲਾਤ ਕੀ ਆ ਉਹ ਦੱਸ ਦੇਵੋ। ਸੋ ਅਨਡਾਊਟਡਲੀ ਸਤੰਬਰ ਸੈਸ਼ਨ ਦੇ ਵਿੱਚ ਗੁੱਡ ਅਮਾਉਂਟ ਆਫ ਰਿਫਿਊਜ਼ਲਸ ਆਈਆਂ ਨੇ, ਔਰ ਇਹਦਾ ਕਈ ਕਾਰਨ ਨੇ, ਜਿਵੇਂ ਆਪਾਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਉਹਨਾਂ ਕਾਰਨਾਂ ਦੇ ਉੱਤੇ। ਅੱਜ ਮੈਂ ਉਸ ਜ਼ਿਆਦਾ ਵਿਸਥਾਰ 'ਚ ਨਹੀਂ ਜਾਊਂਗਾ, ਬਟ ਹਾਂ, ਇਸ ਕੋਈ ਡਾਊਟ ਨਹੀਂ ਕਿ ਉਹਨਾਂ ਰਿਫਿਊਜ਼ਲਸ ਦੇ ਕਰਕੇ ਕਾਫੀ ਜ਼ਿਆਦਾ ਲੋਕ ਜਨਵਰੀ ਸੈਸ਼ਨ ਦੇ ਉੱਤੇ ਹੋਪ ਲਾ ਕੇ ਬੈਠੇ ਨੇ। ਇੰਨਾ ਹੀ ਨਹੀਂ, ਮੇਰੇ ਕੋਲੇ ਕਾਫੀ ਕਲਾਇੰਟਸ ਇੱਦਾਂ ਦੇ ਵੀ ਨੇ ਜਿਨ੍ਹਾਂ ਦਾ ਆਈਲੈਟਸ ਸਕੋਰ ਪ੍ਰੋਪਰ ਨਹੀਂ ਸੀਗਾ, ਜਾਂ ਜਿਨ੍ਹਾਂ ਨੇ ਕੈਨੇਡਾ ਦੀ ਬਜਾਏ US, ਜਿੱਥੇ ਇਸ ਟਾਈਮ ਬਹੁਤ ਹੀ ਵਧੀਆ ਰਿਜ਼ਲਟਸ ਰਹੇ, ਜਿੱਥੇ ਬਹੁਤ ਜ਼ਿਆਦਾ ਸਟੱਡੀ ਪਰਮਿਟਸ ਜਿਨ੍ਹਾਂ ਨੂੰ ਮਿਲੇ ਹੈਗੇ ਆ, ਸੋ US, UK, ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੇ ਪਾਸੇ ਨੂੰ ਵੀ ਮੂਵ ਹੋਣੇ ਸ਼ੁਰੂ ਹੋਏ ਨੇ। ਆਲਦੋ ਕਿ ਕੈਨੇਡਾ ਅੱਜ ਵੀ ਨੰਬਰ 1 ਪ੍ਰਾਇੋਰਟੀ ਦੇ ਹਿਸਾਬ ਨਾਲ ਦੇਖਿਆ ਜਾਂਦਾ ਵੈਨ ਇਟਸ ਰਿਗਾਰਡਿੰਗ ਸਟੱਡੀ ਪਰਮਿਟਸ, ਕੈਨੇਡੀਅਨ ਸਟੱਡੀ ਪਰਮਿਟਸ ਦੇ ਉੱਤੇ ਹੋਵੇ ਤਾਂ ਕੈਨੇਡਾ ਜਿਹੜਾ ਆ ਉਹ ਪਹਿਲੇ ਨੰਬਰ ਦੇ ਉੱਤੇ ਆਉਂਦਾ ਆ, ਫਿਰ US ਤੇ ਆਸਟ੍ਰੇਲੀਆ, ਨਿਊਜ਼ੀਲੈਂਡ, UK ਤੇ ਬਾਕੀ ਦੇਸ਼ ਆਉਂਦੇ ਨੇ। ਬਟ ਜਿਹੜਾ ਬਾਕੀ ਪਾਸੇ ਨੂੰ ਮੂਵ ਹੋਣ ਦਾ ਕ੍ਰਾਈਟੇਰੀਆ, ਖਾਸ ਕਰਕੇ US ਵਾਲੇ ਪਾਸੇ ਨੂੰ ਜਿਹੜਾ ਰੁਝਾਨ ਵਧਿਆ ਆ, ਉਹ ਸਤੰਬਰ ਸੈਸ਼ਨ ਦੀ ਰਿਫਿਊਜ਼ਲਸ ਕਰਕੇ ਮੈਂ ਕਹਿ ਸਕਦਾ ਕਿ ਜ਼ਿਆਦਾ ਵੱਧ ਰਿਹਾ ਆ। ਜਿਹੜੀ ਹੁਣ ਤੁਸੀਂ ਪਹਿਲਾਂ ਮੇਰੇ ਨਾਲ ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਕੋਈ ਜਿਹੜੇ ਸੈਮੀਨਾਰ ਵੀ ਅਰੇਂਜ ਕਰ ਰਹੇ ਹੋ, ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਆ ਔਰ ਖਾਸ ਤੌਰ ਤੇ ਜਦੋਂ ਇਕੱਲੇ ਬੱਚੇ ਆ ਕੇ ਮਿਲਦੇ ਆ। ਹਾਲਾਂਕਿ ਇਮੀਗ੍ਰੇਸ਼ਨ ਸੈਂਟਰ ਆਪਣੇ ਵੱਲੋਂ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ, ਪਰ ਫਿਰ ਵੀ ਬਹੁਤ ਚੀਜ਼ਾਂ ਰਹਿ ਜਾਂਦੀਆਂ ਨਾ, ਜਾਂ ਫਿਰ ਲੋਕਲ ਕਿਤੇ ਨਾ ਕਿਤੇ ਜਦੋਂ ਬੈਠੇ ਹੁੰਦੇ ਆ ਲੋਕ, ਤੇ ਉਦੋਂ ਵੀ ਲੱਗਦਾ ਹੁੰਦਾ ਵਿਦਿਆਰਥੀਆਂ ਨੂੰ ਵੀ ਕੋਈ ਬਾਹਰੋਂ ਆਵੇ, ਜਾਂ ਫਿਰ ਜਿਵੇਂ ਤੁਹਾਨੂੰ ਹਰ ਕੋਈ ਨਹੀਂ ਮਿਲ ਪਾਉਂਦਾ। ਸੋ ਇਹ ਜਿਹੜੇ ਸੈਮੀਨਾਰ ਕਰਵਾ ਰਹੇ ਹੋ, ਇਹਦੇ ਵਿੱਚ ਕੀ ਖਾਸ ਕਰਨ ਜਾ ਰਹੇ ਹੋ ਕਿ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਵਿਦਿਆਰਥੀ ਉਤਸ਼ਾਹਿਤ ਹੋਣ ਔਰ ਤੁਹਾਨੂੰ ਆ ਕੇ ਮਿਲਣ? ਬਹੁਤ ਵਧੀਆ ਸਵਾਲ ਹੈ ਤੁਹਾਡਾ, ਔਰ ਇਸ ਦੇ ਵਿੱਚ ਮੈਂ ਦੋ ਚੀਜ਼ਾਂ ਹਾਈਲਾਈਟ ਕਰਨਾ ਚਾਹੁੰਦਾ ਹਾਂ ਕਿ ਇੱਕ ਤਾਂ ਹਰੇਕ ਸ਼ਨੀਵਾਰ ਨੂੰ ਐਵਰੀ ਸੈਟਰਡੇ ਵੀ ਡੂ ਅ ਵੈਬਿਨਾਰ। ਉਸ ਵੈਬਿਨਾਰ ਦੇ ਵਿੱਚ ਅਸੀਂ ਹਰੇਕ ਇੰਡੀਵਿਜੂਅਲ ਦੇ ਸਵਾਲ ਲੈਂਦੇ ਹੈਗੇ ਆ। ਫੇਸਬੁੱਕ ਪੇਜ ਦੇ ਉੱਤੇ ਲਾਈਵ ਵੈਬਿਨਾਰ ਹੁੰਦਾ ਆ, ਤਾਂ ਦੁਨੀਆ ਭਰ ਦੇ ਲੋਕ ਉਸ ਵੈਬਿਨਾਰ ਦੇ ਵਿੱਚ ਸ਼ਮੂਲੀਅਤ ਕਰਦੇ ਹੈਗੇ ਆ। ਹਰੇਕ ਹਫਤੇ ਤਕਰੀਬਨ 1000 ਤੋਂ 1500 ਬੰਦਾ ਉਸ 'ਚ ਜੁੜਦਾ ਆ ਤੇ ਆਪਣੇ ਡਾਊਟਸ ਕਲੀਅਰ ਕਰਦਾ ਆ। ਇਸ ਤੋਂ ਇਲਾਵਾ ਔਰ ਇਸ ਹਫਤੇ 21 ਤਰੀਕ ਨੂੰ ਜਿਹੜਾ ਵੈਬਿਨਾਰ ਹੋਣ ਜਾ ਰਿਹਾ ਉਹ ਫੈਮਿਲੀ ਰੀਯੂਨੀਫਿਕੇਸ਼ਨ ਦੇ ਉੱਤੇ ਆ, ਜਿਸ ਦਾ ਸਪਾਊਜ਼ਲ ਪੀਆਰ, ਸਪਾਊਜ਼ਲ ਓਪਨ ਵਰਕ ਪਰਮਿਟ, ਪੇਰੈਂਟਸ, ਗ੍ਰੈਂਡ ਪੇਰੈਂਟਸ ਪੀਆਰ ਜਾਂ ਪੇਰੈਂਟਸ ਦੇ ਵਿਜ਼ਿਟਰ ਸੁਪਰ ਵੀਜ਼ਾ, ਇਹ ਸਾਰੇ ਇਸ਼ੂਜ਼ ਜਿੰਨੇ ਵੀ ਫੈਮਿਲੀ ਰੀਯੂਨੀਫਿਕੇਸ਼ਨ ਨਾਲ ਰਿਲੇਟਡ ਸਵਾਲ ਹੋਣਗੇ ਉਹਨਾਂ ਦੇ ਜਵਾਬ ਦਿੱਤੇ ਜਾਣਗੇ।
ਇਸ ਤੋਂ ਹੂੰ ਇਲਾਵਾ 28 29 30 ਤਰੀਕ ਨੂੰ ਬਰੈਂਪਟਨ ਦੇ ਅੰਦਰ ਸੋ ਜੀ ਜਿਹੜੇ ਵਿਦਿਆਰਥੀ ਸਾਡੇ ਕੈਨੇਡਾ ਪਹੁੰਚ ਚੁੱਕੇ ਨੇ ਦੇਖੋ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਹੈ ਕਿ ਬਰੈਂਪਟਨ ਇਮੀਗ੍ਰੇਸ਼ਨ ਨੂੰ ਕਿਉਂ ਚੂਜ਼ ਕਰਨਾ ਚਾਹੀਦਾ ਹੈ। ਪਹਿਲਾ ਕਾਰਨ ਉਹਦਾ ਹੂੰ ਹਮੇਸ਼ਾ ਹੀ ਮੇਰਾ ਹੁੰਦਾ ਹੈ ਕਿ ਬੀਇੰਗ ਅਸੀਂ ਲਾਇਸੈਂਸਡ ਹਾਂ, ਸਾਨੂੰ ਕੈਨੇਡਾ ਸਰਕਾਰ ਵੱਲੋਂ ਆਥੋਰਾਈਜ਼ੇਸ਼ਨ ਆ ਕਿ ਅਸੀਂ ਜੀ ਜੀ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰ ਸਕੀਏ। ਜਿਹੜਾ ਹੂੰ ਜ਼ਿਆਦਾਤਰ ਲੋਕ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਅਤੇ ਉਹ ਕੈਨੇਡੀਅਨ ਲਾਇਸੈਂਸਡ ਕੰਸਲਟੈਂਟਸ ਨਹੀਂ ਹੈਗੇ ਨੇ। ਜੀ ਦੂਸਰਾ ਕਾਰਨ ਇਹ ਕਹਿੰਦਾ ਕਿ ਕੱਲਾ ਸਟੱਡੀ ਪਰਮਿਟ ਇੱਕ ਡੈਸਟੀਨੇਸ਼ਨ ਨਹੀਂ ਹੈਗੀ। ਹੂੰ ਜਦੋਂ ਇੱਕ ਵਿਦਿਆਰਥੀ ਸਟੱਡੀ ਪਰਮਿਟ ਲੈਂਦਾ ਉਹਦਾ ਜਿਹੜਾ ਮੇਜਰ ਨਿਸ਼ਾਨਾ ਹੁੰਦਾ ਉਹ ਪਰਮਨੈਂਟ ਰੈਜ਼ੀਡੈਂਸੀ ਦਾ ਹੁੰਦਾ ਹੈ। ਜਿਹੜਾ ਬਿਲਕੁਲ ਸਹੀ ਵਿਦਿਆਰਥੀ ਬਰੈਂਪਟਨ ਇਮੀਗ੍ਰੇਸ਼ਨ ਦੇ ਥਰੂ ਆਉਂਦਾ ਹੈ, ਹੁਣ ਜਿਵੇਂ ਹੂੰ ਕਿ ਤੁਸੀਂ ਕਿਹਾ ਕਿ ਵਿਦਿਆਰਥੀਆਂ ਦੀਆਂ ਫਲਾਈਟਸ ਭਾਵੇਂ ਡਾਇਰੈਕਟ ਫਲਾਈਟਸ ਨਹੀਂ ਆ ਰਹੀਆਂ ਪਰ ਜੀ ਇਨਡਾਇਰੈਕਟ ਫਲਾਈਟਸ ਲੈ ਕੇ ਵਿਦਿਆਰਥੀ ਪਹੁੰਚ ਰਹੇ ਨੇ। ਹੂੰ ਜਿਹੜਾ ਵਿਦਿਆਰਥੀ ਬਰੈਂਪਟਨ ਇਮੀਗ੍ਰੇਸ਼ਨ ਦੇ ਥਰੂ ਪਹੁੰਚਦਾ ਆ ਉਹ ਜਿਸ ਹੂੰ ਦਿਨ ਲੈਂਡ ਕਰਦਾ ਉਸ ਤੋਂ ਅਗਲੇ ਦਿਨ ਉਹ ਆਪਣਾ ਜੌਬ ਸਟਾਰਟ ਕਰ ਦਿੰਦਾ ਆ। ਇਹ ਇੱਕ ਹੂੰ ਵੱਡਾ ਕਾਰਨ ਆ। ਸੋ ਸਾਡੀ ਪਾਰਟਨਰਸ਼ਿਪਸ ਨੇ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ ਦੇ ਨਾਲ, ਜਿਹੜੇ ਸਾਡੇ ਹਰੇਕ ਵਿਦਿਆਰਥੀ ਨੂੰ ਜਿਸ ਦਿਨ ਉਹ ਲੈਂਡ ਕਰੇ ਉਸੇ ਜੀ ਦਿਨ ਤੋਂ ਉਸ ਤੋਂ ਅਗਲੇ ਦਿਨ ਤੋਂ ਹੀ ਉਹਨਾਂ ਦਾ ਕੰਮ ਹੂੰ ਸ਼ੁਰੂ ਹੋ ਜਾਂਦਾ ਹੈ। ਬਹੁਤ ਵੱਡੀ ਹੈਲਪ ਆ ਕਿਉਂਕਿ ਜੀ ਕਿੱਥੇ ਇੱਕ ਵਿਦਿਆਰਥੀ ਨੇ ਆਣਾ, ਆ ਕੇ ਇੱਥੇ ਜੌਬਸ ਲੱਭਣੀਆਂ ਫਿਰ ਜਾ ਕੇ ਸ਼ੁਰੂ ਕਰਨਾ। ਕਿੱਥੇ ਹੂੰ ਤੁਹਾਡੇ ਕੋਲੇ ਇੱਕ ਬਣੀ ਬਣਾਈ ਖੀਰ ਪਈ ਆ, ਤੁਸੀਂ ਬਸ ਲੈਂਡ ਕਰਕੇ ਉਹ ਖੀਰ ਖਾਣੀ ਆ। ਸੋ ਹੂੰ ਇਹ ਇੱਕ ਦੂਜਾ ਕਾਰਨ ਆ ਕਿ ਬਰੈਂਪਟਨ ਇਮੀਗ੍ਰੇਸ਼ਨ ਦੇ ਨਾਲ ਕੰਮ ਕਰਨਾ ਚਾਹੀਦਾ ਆ। ਜੀ ਜਿਹੜਾ ਜੀ 28 ਤਰੀਕ 29 ਤਰੀਕ ਤੇ 30 ਤਰੀਕ ਨੂੰ ਅਸੀਂ ਬਰੈਂਪਟਨ ਦੇ ਵਿੱਚ ਇੱਕ ਜੌਬ ਫੇਅਰ ਅਤੇ ਹੂੰ ਇਮੀਗ੍ਰੇਸ਼ਨ ਸੈਮੀਨਾਰ ਕਰਨ ਜਾ ਰਹੇ ਹਾਂ। ਸਾਡਾ ਜਿਹੜਾ ਆਫਿਸ ਹੈਗਾ ਆ ਡਾਊਨਟਾਊਨ ਬਰੈਂਪਟਨ ਦੇ ਵਿੱਚ, ਉਸ ਦੇ ਵਿੱਚ ਜੀ ਵੈਬਿਨਾਰ ਵੀ ਉਸ ਦੇ ਵਿੱਚ ਸੈਮੀਨਾਰ ਵੀ ਹੋ ਰਿਹਾ ਤੇ ਜੌਬ ਫੇਅਰ ਵੀ ਹੋ ਰਿਹਾ ਜਿੱਥੇ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ। ਇਹ ਹੂੰ ਕਿਹਨਾਂ ਨੂੰ ਮਦਦ ਕਰਨ ਲਈ ਆ? ਇਹ ਉਹਨਾਂ ਹੂੰ ਲੋਕਾਂ ਨੂੰ ਮਦਦ ਕਰਨ ਲਈ ਆ ਪਹਿਲਾਂ ਉਹ ਜਿਹੜੇ ਆਮ ਜੌਬਸ ਲੱਭਦੇ ਪਏ ਆ, ਭਾਵੇਂ ਉਹ ਲੇਬਰ ਜੌਬਸ ਹੋਣ ਜਾਂ ਐਡਮਿਨ ਦੀਆਂ ਜੌਬਸ ਹੋਣ। ਜੀ ਜਾਂ ਸੋ ਇਹ ਕਹਿਣ ਦਾ ਭਾਵ ਕਿ ਜਿਹੜੇ ਨਵੇਂ ਵਿਦਿਆਰਥੀ ਨੇ ਜਾਂ ਜਿਨ੍ਹਾਂ ਦੀ ਅਜੇ ਪੜ੍ਹਾਈ ਖਤਮ ਨਹੀਂ ਹੋਈ ਉਹਨਾਂ ਵਾਸਤੇ। ਜੀ ਦੂਸਰੇ ਉਹਨਾਂ ਲੋਕਾਂ ਦੇ ਲਈ ਹੈ ਜੌਬ ਫੇਅਰ ਜਿਨ੍ਹਾਂ ਨੂੰ ਪੀਐਨਪੀਸ ਚਾਹੀਦੀਆਂ ਨੇ ਜਾਂ ਹੂੰ ਜਿਨ੍ਹਾਂ ਨੂੰ ਕੋਈ ਪੀਆਰ ਸਪੋਰਟ ਚਾਹੀਦੀ ਹੈ ਤੇ ਉਹੋ ਜਿਹੇ EMPLOYERS ਲੱਭਦੇ ਪਏ ਨੇ। ਜੀ ਸਾਨੂੰ ਪਤਾ ਹੈ, ਹੋਰ ਮੇਰੇ ਸੁਣਨ ਤੇ ਆਉਂਦਾ ਹੈ, ਹੁਣੇ ਵੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਇੰਟਰਵਿਊ ਦੇ ਰਿਹਾ ਸੀ, ਉਸ ਦੇ ਵਿੱਚ ਵੀ ਉਹਨਾਂ ਦਾ ਸਵਾਲ ਸੀਗਾ ਕਿ EMPLOYERS ਬਹੁਤ ਜ਼ਿਆਦਾ ਪੈਸੇ ਚਾਰਜ ਕਰਦੇ ਨੇ ਹੂੰ ਅਗਰ ਉਹ EMPLOYMENT ਦੇ ਰਹੇ ਨੇ, ਤੇ ਬਿਲਕੁਲ ਗਲਤ ਕਰ ਰਹੇ ਹੁੰਦੇ ਨੇ। ਬਟ ਜੀ ਬਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਖਾਸੀਅਤ ਹੈ ਕਿ ਉਹ ਵਰਲਡ ਵਾਈਡ ਕੈਨੇਡੀਅਨ ਵਰਕਫੋਰਸ ਨਾਲ ਕੰਮ ਕਰਦੇ ਹੋਏ ਜਿੰਨੇ ਸਾਡੇ ਵਿਦਿਆਰਥੀ ਨੇ, ਜਿੰਨੇ ਵੀ ਬਰੈਂਪਟਨ ਇਮੀਗ੍ਰੇਸ਼ਨ ਦੇ ਥਰੂ ਕੰਮ ਤੇ ਜਾ ਰਹੇ ਨੇ ਜਾਂ ਜਿਨ੍ਹਾਂ ਨਾਲ ਸਾਡੇ ਕੰਟਰੈਕਟਸ ਹੋ ਰਹੇ ਨੇ, ਉਹਨਾਂ ਜੀ ਵਿਦਿਆਰਥੀਆਂ ਨੂੰ EMPLOYMENT ਵਾਸਤੇ ਕੋਈ ਪੈਸਾ ਨਹੀਂ ਪੇ ਕਰਨਾ ਪੈ ਰਿਹਾ। ਹੂੰ ਦੂਸਰੀ ਗੱਲ, ਉਹਨਾਂ ਨੂੰ ਫੁੱਲ ਫਲੈਜ ਉਹਨਾਂ ਦੀ ਹੱਕ ਦੀ ਕਮਾਈ ਮਿਲਦੀ ਪਈ ਆ। ਕਹਿਣ ਦਾ ਭਾਵ ਕਿ ਜਿੰਨਾ ਲੀਗਲੀ ਬਣਦਾ ਉਹਨਾਂ ਦੇ ਪੈਸੇ ਨੇ ਉਹ ਕੋਈ ਹੂੰ ਕੱਟ ਨਹੀਂ ਹੋਣਾ, ਕੋਈ ਕੈਸ਼ ਨਹੀਂ ਹੋਣਾ, ਸਾਰਾ ਦਾ ਸਾਰਾ ਉਹਨਾਂ ਨੂੰ ਪੈਸਾ ਵੀ ਮਿਲਦਾ ਪਿਆ ਆ। ਤੀਸਰਾ ਜੀ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਸੀ ਸਪੋਰਟ ਵੀ ਮਿਲਦੀ ਪਈ ਹੈ। ਸੋ ਹੂੰ ਇਹ ਕਾਰਨ ਹੈ ਜਦੋਂ ਤੁਸੀਂ ਮੇਰਾ ਇਹ ਰਸਤਾ ਜਿਹੜਾ ਆ ਪੰਜਾਬ ਤੋਂ ਸ਼ੁਰੂ ਹੋ ਜਾਂਦਾ ਆ। ਜਦੋਂ ਜੀ ਜੀ ਤੁਸੀਂ ਜੀ ਸਟੱਡੀ ਪਰਮਿਟ ਹੀ ਲੈਣ ਲੱਗੇ ਹੋ, ਹੂੰ ਅਗਰ ਉਸ ਮੌਕੇ ਤੇ ਸਾਨੂੰ ਕੰਟੈਕਟ ਕਰੋ ਤਾਂ ਜੀ ਇਹ ਪੂਰੀ ਦੀ ਪੂਰੀ ਜਰਨੀ ਤੁਹਾਡੀ ਕਿੰਨੀ ਸੌਖੀ ਹੋਵੇਗੀ, ਕਿਸ ਤਰੀਕੇ ਨਾਲ ਹੂੰ ਤੁਹਾਨੂੰ ਈਜ਼ੀਲੀ ਪੀਆਰ ਮਿਲ ਸਕੇਗੀ। ਕਿੱਥੇ ਤੁਸੀਂ ਜੀ ਇੱਕ ਅਲੱਗ ਏਜੰਟ, ਉਹ ਵੀ ਗੋਸਟ ਏਜੰਟ ਕੋਲੇ, ਗੋਸਟ ਕੰਸਲਟੈਂਟ ਕੋਲੇ ਜਾ ਕੇ ਆਪਣਾ ਸਟੱਡੀ ਪਰਮਿਟ ਲਗਵਾਓ। ਇੱਥੇ ਆ ਕੇ ਹੂੰ ਕੋਈ ਤੁਹਾਡੀ ਬਾਹ ਫੜਨ ਨੂੰ ਨਹੀਂ। ਫਿਰ ਆ ਕੇ ਤੁਸੀਂ ਹੂੰ ਐਟ ਦ ਐਂਡ, ਜ਼ਿਆਦਾਤਰ ਬੱਚਿਆਂ ਨੇ ਫਿਰ ਵੀ ਆ ਕੇ ਸਾਨੂੰ ਹੀ ਕੰਟੈਕਟ ਕਰਨਾ ਹੁੰਦਾ ਆ। ਮੈਂ ਇੱਥੇ ਜੀ ਇੱਕ ਖੁਸ਼ੀ ਦੀ ਗੱਲ ਵੀ ਦੱਸ ਦਵਾਂ ਕਿ ਬਰੈਂਪਟਨ ਇਮੀਗ੍ਰੇਸ਼ਨ, ਜਿਵੇਂ ਤੁਹਾਨੂੰ ਪਤਾ ਕਿ ਪਹਿਲਾਂ ਬਰੈਂਪਟਨ ਸੀਗਾ, ਫਿਰ ਵਿੰਡਸਰ ਵਧਿਆ, ਹੁਣ ਜੀ ਕਾਰਨਵੈਲ ਦੇ ਵਿੱਚ, ਨਿਊ ਬ੍ਰਿੰਸਵਿਕ ਦੇ ਵਿੱਚ, BC ਦੇ ਵਿੱਚ 3 ਦਫ਼ਤਰ, ਮੈਨੀਟੋਬਾ ਦੇ ਵਿੱਚ, ਅਲਬਰਟਾ ਦੇ ਵਿੱਚ, ਜੀ ਮੈਜੋਰਿਟੀ ਪ੍ਰੋਵਿੰਸਸ ਦੇ ਵਿੱਚ ਬਰੈਂਪਟਨ ਇਮੀਗ੍ਰੇਸ਼ਨ ਦਾ ਪਰਿਵਾਰ ਵੱਧ ਚੁੱਕਾ ਆ। ਹੋਰ ਹੂੰ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਇਹ ਹਾਈਲਾਈਟਸ ਹੋਰ ਜ਼ਿਆਦਾ ਦੇਖੋਗੇ। ਸੋ ਇਹ ਸਾਰੀ ਜਿਹੜੀ ਇਹ ਜਿਹੜਾ ਫੈਮਿਲੀ ਏਡੀ ਵੱਡੀ ਹੋ ਰਹੀ ਆ, ਇਹਦਾ ਜੀ ਜ਼ਿਆਦਾਤਰ ਫਾਇਦਾ ਸਾਡੇ ਆਪਣੀ ਕਮਿਊਨਿਟੀ ਨੂੰ ਹੋ ਸਕਦਾ ਆ ਬਿਲਕੁਲ ਸਹੀ ਤਰੀਕੇ ਦੇ ਨਾਲ। ਅਗਰ ਆਪਾਂ ਕੰਮ ਕਰੀਏ ਸਹੀ ਤਰੀਕੇ ਦੇ ਨਾਲ, ਅਗਰ ਆਪਾਂ ਸਟੈਪ ਲਈਏ ਤੇ ਸਾਡੇ ਬੱਚਿਆਂ ਨੂੰ ਵੀ ਘੱਟ ਤਕਲੀਫਾਂ ਦੇਖਣੀਆਂ ਪੈਣਗੀਆਂ ਅਤੇ ਹੂੰ ਉਹਨਾਂ ਦਾ ਜਿਹੜਾ ਅਖੀਰਲਾ ਨਿਸ਼ਾਨਾ ਹੈ ਪਰਮਨੈਂਟ ਰੈਜ਼ੀਡੈਂਸੀ ਦਾ, ਉਹ ਵੀ ਸੌਖਾ ਅਟੇਨ ਹੋਏਗਾ। ਇੰਨਾ ਹੀ ਨਹੀਂ, ਜੀ ਕੱਲ ਹੀ ਮੇਰੇ ਕੋਲ ਇੱਕ ਆਇਆ ਵਿਦਿਆਰਥੀ, ਉਹ ਮੈਂ ਕਾਲਜ ਦਾ ਨਾਂ ਨਹੀਂ ਲੈਂਦਾ, ਬਟ ਕਿਊਬੈਕ ਦੇ ਕਿਸੇ ਕਾਲਜ ਪੜ੍ਹਾਈ ਕਰਦਾ ਪਿਆ ਸੀਗਾ। 3 ਜੀ ਸਮੈਸਟਰ ਪੂਰੇ ਹੋ ਚੁੱਕੇ ਨੇ, ਹੂੰ ਚੌਥੇ ਸਮੈਸਟਰ ਦੀ ਫੀਸ ਦੇ ਚੁੱਕਾ ਸੀਗਾ ਤੇ ਹੁਣ ਉਹ ਕਾਲਜ ਕਹਿੰਦਾ ਕਿ ਮਿੱਤਰਾ, ਅਗਰ ਤੁਸੀਂ ਇੱਥੇ ਪੜ੍ਹਾਈ ਕਰਦੇ ਪਏ ਹੋ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਹੈਗਾ। ਉਹ ਓ ਵਿਚਾਰਾ ਜਵਾਕ ਦੇ ਕੋਲੇ ਦੋ ਹੀ ਆਪਸ਼ਨਸ ਰਹਿ ਜਾਂਦੀਆਂ ਨੇ, ਜਾਂ ਤਾਂ ਆਪਣੀ ਦੁਬਾਰਾ ਤੋਂ 2 ਸਾਲ ਦੀ ਪੜ੍ਹਾਈ ਕਰਨੀ ਸ਼ੁਰੂ ਕਰੇ ਜਾਂ ਬਿਲਕੁਲ LMI ਲਵੇ।
ਸੋ ਮੈਂ ਗੱਲ ਨੂੰ ਸਮਝ ਸਕਦਾ ਆ, ਆਲਦੋ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਮੇਰਾ ਜਨਮ ਭਾਵੇਂ ਕੈਨੇਡਾ ਦਾ ਆ, ਪਰ ਮੇਰੇ ਰੂਟਸ, ਸਾਡੇ ਸਾਰਿਆਂ ਦੇ ਬਿਲਕੁਲ। ਰੂਟਸ ਪੰਜਾਬ ਦੀ ਧਰਤੀ ਦੇ ਨਾਲ ਆ। ਇਸ ਲਈ ਮੈਂ ਉਹਨਾਂ ਲੋਕਾਂ ਦੀ ਤਕਲੀਫ ਨੂੰ ਸਮਝਦਾ ਆ ਜਿਹੜੇ ਲੱਖਾਂ ਰੁਪਇਆ ਲਾ ਕੇ ਕੈਨੇਡਾ ਪਹੁੰਚ ਰਹੇ ਨੇ, ਤੇ ਅਚਾਨਕ ਉਹਨਾਂ ਦੇ ਉੱਤੇ ਜਦੋਂ ਐਸੀ ਮੁਸੀਬਤ ਆਉਂਦੀ ਹੈ ਤੇ ਉਹਨਾਂ ਬਿਲਕੁਲ। ਨੂੰ ਕੁਝ ਸਮਝ ਨਹੀਂ ਆਉਂਦਾ ਕਿ ਉਹ ਕਿਹੋ ਜਿਹਾ ਸਟੈਪ ਚੱਕਣ। ਸੋ ਇਹ ਬਹੁਤ ਇੰਪੋਰਟੈਂਟ ਆ ਕਿ ਜਦੋਂ ਤੁਸੀਂ ਪਹਿਲਾਂ ਹੀ ਬੇਬੀ ਸਟੈਪ ਚੱਕ ਰਹੇ ਹੋ, ਉਹੀ ਬੇਬੀ ਸਟੈਪ ਨਹੀਂ, ਅਖੀਰਲਾ ਨਿਸ਼ਾਨਾ ਤੁਹਾਡਾ ਤੈਅ ਕਰਨਾ ਹੁੰਦਾ ਆ। ਸੋ ਬੇਬੀ ਸਟੈਪ ਸਹੀ ਚੱਕੇ ਜਾਣਾ ਬਹੁਤ ਅਹਿਮੀਅਤ ਰੱਖਦਾ ਹੈ। ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਸਵਾਲ ਮੇਰੇ ਮਨ ਦੇ ਵਿੱਚ ਆਇਆ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅਸੀਂ ਸੈਮੀਨਾਰ ਜਿਹੜਾ ਕਰਨ ਜਾ ਰਹੇ ਹਾਂ ਔਰ ਉਹਦੇ ਵਿੱਚ ਜਿਹੜਾ ਜੌਬਸ ਦੇ ਮਾਮਲੇ 'ਚ ਵੀ ਗੱਲ ਹੋਊਗੀ, ਇਹ ਇੱਕ ਜਾਣਨਾ ਚਾਹੁੰਦੀ ਹਾਂ ਕਿ ਕੀ ਬਰੈਂਪਟਨ ਇਮੀਗ੍ਰੇਸ਼ਨ ਸਿਰਫ ਵਿਦਿਆਰਥੀਆਂ ਨਾਲ ਸੰਬੰਧਿਤ ਮਸਲੇ ਹੀ ਦੇਖਦਾ, ਜਾਂ ਫਿਰ ਇਹ ਸੈਮੀਨਾਰ ਦੇ ਵਿੱਚ ਹੋਰ ਵੀ ਤਾਂ ਬਹੁਤ ਲੋਕ ਹੋਣਗੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਰਹਿੰਦਿਆਂ ਨੇ, ਜਾਂ ਫਿਰ ਉਹ ਵਿਜ਼ਟਰ ਵੀਜ਼ੇ ਦੇ ਉੱਤੇ ਗਏ ਹੋਏ ਆ, ਜਾਂ ਕਿਸੇ ਵੀ ਤਰੀਕੇ ਨਾਲ ਸਟੂਡੈਂਟਸ ਤੋਂ ਬਿਨਾਂ ਜੇ ਕੋਈ ਹੋਰ ਲੋਕ ਜਿਹੜੇ ਤੁਹਾਡੀਆਂ ਸੇਵਾਵਾਂ ਚਾਹੁੰਦੇ ਆ, ਕਿ ਉਹਨਾਂ ਲਈ ਵੀ ਕੋਈ ਖਾਸ ਆਫਰ ਜਾਂ ਕੁਝ ਖਾਸ ਜਿਹੜੀਆਂ ਸਲਾਹਕਾਰ ਹੈਗੇ ਤੁਹਾਡੇ ਕੋਲੇ? ਬਿਲਕੁਲ, ਉਹ ਵੀ ਲੈ ਸਕਦੇ ਨੇ, ਪਰ ਜਿਹੜਾ ਜੌਬ ਫੇਅਰ ਹੁੰਦਾ ਉਹਨਾਂ ਲੋਕਾਂ ਲਈ ਹੈ ਜਿਹਨਾਂ ਨੂੰ ਲੀਗਲੀ ਕੰਮ ਕਰਨਾ ਅਲਾਉਡ ਹੁੰਦਾ ਆ, ਜਿਹੜੇ ਜੀ ਵਿਜ਼ਟਰ ਵੀਜ਼ਾਸ ਤੇ ਨੇ ਜਾਂ ਹੋਰ ਕੋਈ ਸਟੇਟਸ ਤੇ ਨੇ, ਉਹਨਾਂ ਲੋਕਾਂ ਲਈ ਬਰੈਂਪਟਨ ਇਮੀਗ੍ਰੇਸ਼ਨ ਦੇ ਦਰਵਾਜ਼ੇ ਹਮੇਸ਼ਾ ਹੀ ਖੁੱਲੇ ਹੁੰਦੇ ਆ। ਅਗਰ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਜਾਓ, ਤੁਸੀਂ ਦੇਖੋਗੇ ਕਿ ਅਨੇਕਾਂ ਹੀ ਐਸੇ ਵਿਜ਼ਿਟਰਸ ਦੇ ਵੀਜ਼ਾਸ ਅਸੀਂ ਵਿਜ਼ਿਟਰ ਟੂ ਸਟੱਡੀ ਪਰਮਿਟ, ਵਿਜ਼ਿਟਰ ਟੂ ਵਰਕ ਪਰਮਿਟ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਨਵਰਟਸ ਕਰਵਾਏ ਨੇ। ਸੋ ਉਹ ਕੋਈ ਬਹੁਤ ਜ਼ਿਆਦਾ ਡਿਫਿਕਲਟ ਕੰਮ ਨਹੀਂ ਆ, ਸਾਡਾ ਰੋਜ਼ ਦਾ ਹੀ ਉਹ ਕੰਮ ਹੈਗਾ ਆ। ਸੋ ਅਗਰ ਕੋਈ ਵਿਜ਼ਿਟਰ ਵੀ ਕੈਨੇਡਾ 'ਚ ਪਹੁੰਚਿਆ ਹੋਇਆ ਆ ਤੇ ਅਗਰ ਉਹ ਆਪਣਾ ਸਟੇਟਸ ਚੇਂਜ ਕਰਵਾਉਣਾ ਚਾਹ ਰਿਹਾ ਹੈਗਾ ਆ, ਉਹ ਜਦੋਂ ਮਰਜ਼ੀ ਸਾਨੂੰ ਕੰਟੈਕਟ ਕਰ ਸਕਦੇ ਤਾਂ ਅਸੀਂ ਉਹਨਾਂ ਦੀ ਮਦਦ ਕਰਨ ਲਈ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਸੰਦੀਪ ਜੀ, ਇਸ ਵੇਲੇ ਖਾਸ ਤੌਰ ਤੇ ਜਦੋਂ ਕਰੋਨਾ ਮਹਾਮਾਰੀ ਤੋਂ ਬਾਅਦ ਤੁਸੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀ ਡਾਇਰੈਕਟ ਫਲਾਈਟਸ ਦੇ ਜ਼ਰੀਏ ਨਾ ਸੀ, ਪਰ ਇਨਡਾਇਰੈਕਟਲੀ ਕਿਸੇ ਤਰੀਕੇ ਨਾਲ ਕੈਨੇਡਾ ਪਹੁੰਚ ਰਹੇ ਆ, ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਜਿਨ੍ਹਾਂ ਨੂੰ ਲੈ ਕੇ ਇੱਕ ਮਿਸਅੰਡਰਸਟੈਂਡਿੰਗ ਹੁੰਦੀ ਆ, ਜਾਂ ਸ਼ਾਇਦ ਬਹੁਤ ਚੀਜ਼ਾਂ ਹੋਣਗੀਆਂ ਜਿਹੜੀਆਂ ਕੈਨੇਡੀਅਨ ਗਵਰਨਮੈਂਟ ਨੇ ਕੁਝ ਚੇਂਜ ਕੀਤੀਆਂ ਹੋਣਗੀਆਂ, ਕੁਝ ਰੂਲ ਫੋਲੋ ਕਰਨੇ, ਤੇ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਕਈ ਵਾਰੀ ਇਹ ਖਬਰਾਂ ਵੀ ਆਉਂਦੀਆਂ ਵੀ ਆਪਣੇ ਹੀ ਪੰਜਾਬੀ ਜਿਹੜੇ ਉਹਨਾਂ ਦਾ ਸ਼ੋਸ਼ਣ ਕਰਦੇ ਆ, ਕੁਝ ਨਾ ਕੁਝ ਮਿਸਗਾਈਡ ਕਰ ਦਿੰਦੇ ਆ। ਕਿਹੜੀਆਂ ਜਿਹੜੀਆਂ ਖਾਸ ਚੀਜ਼ਾਂ, ਖਾਸ ਤੌਰ ਤੇ ਜਿਹੜੇ ਵਿਦਿਆਰਥੀ ਇਸ ਵੇਲੇ ਕਰੋਨਾ ਦੇ ਦੌਰਾਨ ਕੈਨੇਡਾ ਦੇ ਵਿੱਚ ਪਹੁੰਚ ਰਹੇ ਆ, ਉਹਨਾਂ ਨੂੰ ਕੀ ਗਾਈਡ ਕਰਨਾ ਚਾਹੋਗੇ ਤਾਂ ਕਿ ਉਹ ਸਹੀ ਤਰੀਕੇ ਨਾਲ ਉੱਥੇ ਰਹਿਣ ਔਰ ਬਾਅਦ ਦੇ ਵਿੱਚ ਤੁਹਾਡੇ ਕੋਲੇ ਆ ਕੇ ਜਿਹੜੀ ਆ ਹੈਲਪ ਲੈ ਲੈਣ, ਤੇ ਕਿਵੇਂ ਉਹ ਜਿਹੜੀਆਂ ਖਾਸ ਗੱਲਾਂ ਜਿਹੜੀਆਂ ਧਿਆਨ ਰੱਖਣ ਇਸ ਵੇਲੇ? ਸੋ ਬਹੁਤ ਇੱਕ ਇੰਪੋਰਟੈਂਟ ਇਸ਼ੂ ਵੀ ਹੈਗਾ ਆ, ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਜ਼ਿਆਦਾ ਵਿਦਿਆਰਥੀਆਂ ਨੂੰ ਮਿਸਲੀਡ ਕੀਤਾ ਜਾਂਦਾ। ਉਹ ਜਿਹੜੀ ਮਿਸਲੀਡਿੰਗ ਆ ਉਹ ਜ਼ਿਆਦਾਤਰ, ਵੈਸੇ ਮਾਈਂਡ ਨਾ ਕਰਿਓ ਤਾਂ ਜ਼ਿਆਦਾਤਰ ਪੰਜਾਬ ਤੋਂ ਹੀ ਸ਼ੁਰੂ ਹੋ ਜਾਂਦੀ ਹੈਗੀ ਆ। ਜਦੋਂ ਉਹ ਕਿਸੇ ਗੋਸਟ ਕੰਸਲਟੈਂਟ ਦੇ ਹੱਥੇ ਚੜ੍ਹਦਾ ਤਾਂ ਉਹਨੂੰ ਝੂਠੇ ਜਿਹੇ ਖਬਾਬ ਦਿਖਾ ਕੇ ਭੇਜਿਆ ਜਾਂਦਾ ਆ। ਐਕਚੁਅਲ ਦੇ ਵਿੱਚ ਰਿਐਲਿਟੀ ਕੁਝ ਹੋਰ ਹੁੰਦੀ ਹੈਗੀ ਆ ਜੀ। ਸੋ ਜਿਹੜਾ ਵੀ ਵਿਦਿਆਰਥੀ ਅੱਜ ਦੀ ਡੇਟ 'ਚ ਆ ਰਿਹਾ ਆ, ਮੇਜਰ ਕੰਸਰਨਸ ਉਹਨਾਂ ਲਈ ਜਿਹੜੇ ਆ ਉਹ ਇੱਕ ਧਿਆਨ 'ਚ ਰੱਖਣ ਵਾਲੇ ਆ ਕਿ ਜਿਵੇਂ ਮੈਂ ਪਤਾ ਨਹੀਂ ਕਿੰਨੀ ਸਹੀ ਹੈ ਗੱਲ, ਬਟ ਜਿਵੇਂ ਮੈਂ ਆਮ ਤੌਰ ਦੇ ਉੱਤੇ ਵੀਡੀਓਜ਼ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਿਨਾਂ ਮਾਸਕ ਤੋਂ ਲੋਕੀ ਤੁਰ ਫਿਰ ਰਹੇ ਨੇ, ਕੈਨੇਡਾ 'ਚ ਤੁਸੀਂ ਇੱਦਾਂ ਨਹੀਂ ਤੁਰ ਫਿਰ ਸਕਦੇ ਜੀ। ਕੈਨੇਡਾ ਦੇ ਵਿੱਚ ਇੰਨਾ ਹੀ ਨਹੀਂ ਕਿ ਤੁਹਾਡਾ ਜਿਹੜਾ ਤੁਹਾਨੂੰ ਫੁੱਲੀ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਆ ਜੀ। ਵੈਕਸੀਨੇਸ਼ਨਸ ਦੇ ਵਿੱਚ ਵੀ ਉਹਨਾਂ ਦੀਆਂ ਕੁਝ ਕੰਪਨੀਜ਼ ਨੇ, ਉਹਨਾਂ ਕੰਪਨੀਜ਼ ਦੇ ਵਿੱਚੋਂ ਹੀ ਵੈਕਸੀਨੇਸ਼ਨਸ ਲੱਗੀਆਂ ਹੋਣ ਤਾਂ ਤੁਸੀਂ ਵੈਕਸੀਨੇਟਡ ਕਾਊਂਟ ਕੀਤੇ ਜਾ ਰਹੇ ਹੋ। ਔਰ ਇਹਦੇ ਨਾਲ ਨਾਲ ਅਗਰ ਤੁਸੀਂ ਫੁੱਲੀ ਵੈਕਸੀਨੇਟਡ ਹੋ ਤਾਂ ਤੁਹਾਨੂੰ ਹੋਟਲ ਦੇ ਵਿੱਚ ਨਹੀਂ ਰਹਿਣਾ ਪੈਂਦਾ ਹੈਗਾ। ਅਗਰ ਤੁਸੀਂ ਵੈਕਸੀਨੇਟਡ ਨਹੀਂ ਹੈਗੇ ਤਾਂ ਆਫ ਕੋਰਸ ਤੁਹਾਡੇ ਲਈ ਰਿਸਟ੍ਰਿਕਸ਼ਨਸ ਵੱਧ ਜਾਂਦੀਆਂ ਤੇ ਉਹ ਕੈਨੇਡਾ 'ਚ ਐਂਟਰ ਕਰਨਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਆ। ਇਹਦੇ ਨਾਲ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਰੀਓਪਨ ਹੋ ਰਿਹਾ ਆ, ਇੰਪਲੋਇਮੈਂਟ ਓਪਰਚੁਨਿਟੀਜ਼ ਵੱਧ ਰਹੀਆਂ ਨੇ, ਬਟ ਅਗਰ ਤੁਸੀਂ ਸਾਲ ਡੇਢ ਸਾਲ ਪਹਿਲਾਂ ਦੇ ਸਿਨੈਰੀਓ ਨੂੰ ਅੱਜ ਨਾਲ ਕੰਪੇਅਰ ਕਰੋਗੇ ਤਾਂ ਬਹੁਤ ਵੱਡਾ ਭੁਲੇਖਾ ਤੇ ਬਹੁਤ ਵੱਡੀ ਗਲਤੀ ਕਰੋਗੇ। ਉਸ ਰੁਝਾਨ ਤੱਕ ਜਾਣ ਲਈ ਮੈਨੂੰ ਲੱਗਦਾ ਅਜੇ ਥੋੜਾ ਸਮਾਂ ਲੱਗੇਗਾ, ਜਦ ਤੱਕ ਫੁੱਲੀ ਕੈਨੇਡਾ ਖੁੱਲ ਨਹੀਂ ਜਾਂਦਾ, ਭਾਵੇਂ ਉਹ ਬਾਰਡਰ ਦੇ ਤੌਰ ਤੇ ਹੋਵੇ ਤੇ ਭਾਵੇਂ ਉਹ ਇੰਟਰਨਲ ਤੌਰ ਤੇ ਹੋਵੇ, ਉਨੀ ਦੇਰ ਤੱਕ ਉਨੀਆਂ ਓਪਰਚੁਨਿਟੀਜ਼ ਨਹੀਂ ਆਉਣਗੀਆਂ। ਬਟ ਅਗਰ ਪਿਛਲੇ ਸਾਲ ਦੇ ਨਾਲ ਕੰਪੇਅਰ ਕੀਤਾ ਜਾਏ ਤਾਂ ਜ਼ਮੀਨ ਆਸਮਾਨ ਦਾ ਫਰਕ ਜੀ। ਮੈਂ ਇਸ ਤੋਂ ਪਹਿਲਾਂ ਕਿ ਲਾਸਟ ਜਿਹੜਾ ਤੁਹਾਡੇ ਤੋਂ ਸਵਾਲ ਪੁੱਛਿਆ, ਉਸ ਤੋਂ ਪਹਿਲਾਂ ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਇਹ ਕਿ ਸਪਾਊਸ ਵੀਜ਼ਾਸ ਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ ਕਿ
ਇਸ ਵਾਰੀ ਕੋਈ ਦਿੱਕਤ ਆਈ ਆ। ਹਾਲਾਂਕਿ ਜੇ ਅਸੀਂ ਬਿਆਨਤਰ ਲਵਪ੍ਰੀਤ ਵਾਲਾ ਮਾਮਲੇ ਦਾ ਫਿਰ ਜ਼ਿਕਰ ਕਰ ਲਈਏ ਤੇ ਲੱਗਦਾ ਹੈ ਕਿ ਕੋਈ ਅਸਰ ਜਿਹੜਾ ਪਊਗਾ ਹੁਣ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਜਾਂ ਅੰਬੈਸੀਜ਼ ਦੇ ਉੱਤੇ, ਕਿ ਉਹ ਕੁਝ ਸਟ੍ਰਿਕਟਲੀ ਜਿਹੜਾ ਪੰਜਾਬੀਆਂ ਦੇ ਲਈ ਕੁਝ ਡਿਸੀਜਨ ਲੈ ਸਕਦੇ। ਇੱਕ ਤਾਂ ਇਹ ਚੀਜ਼ ਜਾਣਨਾ ਚਾਹੁੰਦੀ ਹਾਂ ਕਿ ਕੀ ਇਸ ਚੀਜ਼ ਦਾ ਹੁਣ ਕੋਈ ਅਸਰ ਦਿਖ ਰਿਹਾ ਅੰਬੈਸੀਜ਼ ਦੇ ਉੱਤੇ, ਤੇ ਦੂਜਾ ਸਪਾਊਸ ਵੀਜ਼ਾ ਦਾ ਜ਼ਿਕਰ ਇਸ ਲਈ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਔਰ ਜੇ ਖਾਸ ਤੌਰ ਤੇ ਮੁੰਡੇ ਔਰ ਕੁੜੀਆਂ ਦੀ ਗੱਲ ਕਰੀਏ, ਉਹ ਵਿਆਹ ਕਰਵਾ ਕੇ ਜਾਂਦੇ ਆਈਲਟਸ ਵਾਲੇ ਚੱਕਰ ਦੇ ਵਿੱਚ। ਕੀ ਉਹਨਾਂ ਦੇ ਲਈ ਕੋਈ ਖਤਰਾ ਜਾਂ ਕੋਈ ਸੁਖਦ ਸੁਨੇਹਾ ਹੈ? ਸੋ ਤੁਹਾਡਾ ਸਵਾਲ ਬਹੁਤ ਵਧੀਆ ਹੈ ਤੇ ਇਹਦੇ ਵਾਸਤੇ ਮੈਂ ਤੁਹਾਨੂੰ ਆਪਣੀ ਪਰਸਨਲ ਲਾਈਫ ਦੇ ਵਿੱਚੋਂ ਦੀ ਇੱਕ ਐਗਜ਼ਾਮਪਲ ਦੇਣ ਲੱਗਿਆ ਜੀ। ਆ। ਮੇਰੇ ਮਦਰ ਦੀ ਉਮਰ 13 ਜਾਂ 14 ਸਾਲ ਦੀ ਸੀਗੀ ਜਦੋਂ ਕੈਨੇਡਾ ਚ ਆਏ। ਜਦੋਂ ਉਸ ਸਮੇਂ ਜੋ ਕੈਨੇਡਾ ਜਾਂਦੇ ਆ, ਜਿਹੜੀਆਂ ਕਹਾਣੀਆਂ ਮੈਂ ਸੁਣੀਆਂ, ਉਦੋਂ ਕੋਈ ਵੀਜ਼ੇ ਵੂਜ਼ੇ ਦੀ ਲੋੜ ਨਹੀਂ ਹੁੰਦੀ ਸੀ। ਤੁਸੀਂ ਟਿਕਟ ਫੜਦੇ ਸੀ, ਕੈਨੇਡਾ ਲੈਂਡ ਕਰਦੇ ਸੀ ਤੇ ਇੱਥੇ ਆ ਕੇ ਤੁਹਾਨੂੰ ਮੋਹਰ ਲਾ ਕੇ ਭੇਜ ਦਿੱਤਾ ਜਾਂਦਾ ਸੀਗਾ, ਕੈਨੇਡਾ ਚ ਐਂਟਰ ਕਰਵਾ ਦਿੱਤਾ ਜਾਂਦਾ ਸੀ। ਫਿਰ ਇੱਕ ਸਮਾਂ ਆਇਆ 80s ਦਾ, ਜਦੋਂ ਮੇਰੇ ਫਾਦਰ ਸਾਹਿਬ ਕੈਨੇਡਾ ਦੇ ਵਿੱਚ ਆਏ ਔਨ ਅ ਸਟੱਡੀ ਪਰਮਿਟ। ਸੋ ਉਦੋਂ ਤੁਹਾਨੂੰ ਸਟੱਡੀ ਪਰਮਿਟ ਲੈ ਕੇ ਆਉਣਾ ਪੈਂਦਾ ਸੀਗਾ ਤੇ ਅੱਜ ਦਾ ਸਟੱਡੀ ਪਰਮਿਟ ਤੇ ਉਹਨਾਂ ਸਮੇਂ ਦਾ ਸਟੱਡੀ ਪਰਮਿਟ ਜ਼ਮੀਨ ਆਸਮਾਨ ਦਾ ਫਰਕ ਸੀ। ਕਹਿਣ ਦਾ ਉਸ ਤੋਂ ਬਾਅਦ ਚੋਂ ਇੱਕ ਰੁਝਾਨ ਚੱਲਿਆ ਜਿਸ ਦੇ ਵਿੱਚ ਫੇਕ ਮੈਰਿਜਸ, ਜਾਂ ਉਸ ਤੋਂ ਬਾਅਦ ਚੋਂ ਕੈਨੇਡਾ ਦੀ ਸਰਕਾਰ ਨੂੰ ਜੀ ਕੰਟਰੈਕਟ ਮੈਰਿਜ ਬਾਰੇ ਕੁਝ ਨਹੀਂ ਪਤਾ ਸੀ। ਅਸੀਂ ਸਿਖਾਇਆ, ਅਸੀਂ ਕੈਨੇਡਾ ਦੀ ਸਰਕਾਰ ਨੂੰ ਸਿਖਾਇਆ, ਝੂਠੇ ਵਿਆਹ ਕਰਾ ਕੇ, ਝੂਠੇ ਡਾਕੂਮੈਂਟਸ ਦੇ ਕੇ। ਜਿਹੜੀ ਫਰਾਡ ਦੀ ਖਾਸੀਅਤ ਰਹੀ ਹੈ ਜਾਂ ਫਰਾਡ ਵਾਲੀ ਜਿਹੜੀ ਸਿਚੁਏਸ਼ਨਸ ਰਹੀਆਂ ਨੇ, ਅਨਫੋਰਚੂਨੇਟਲੀ ਲੋਕ ਜਾਂ ਡਿਫਰੈਂਟ ਦੇਸ਼ ਦੇ ਲੋਕਾਂ ਨੇ, ਸਾਡੇ ਜਿਹੜੇ ਗੋਸਟ ਕੰਸਲਟੈਂਟਸ ਨੇ, ਉਹਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਸਿਖਾਇਆ ਕਿ ਇਦਾਂ ਵੀ ਕੁਝ ਹੁੰਦਾ ਆ। ਨਹੀਂ ਤਾਂ ਜਦੋਂ ਪਹਿਲਾਂ ਸਪਾਊਸਲ ਮੈਰਿਜਸ ਹੁੰਦੀਆਂ ਸੀ, ਜਿਹਦਾ ਵਿਆਹ ਹੋਇਆ ਹੁੰਦਾ ਸੀ, ਉਹ ਸਪਾਊਸਲ ਕੇਸ ਹੋ ਜਾਂਦਾ ਸੀ। ਕਿਹਨੂੰ ਪਤਾ ਹੁੰਦਾ ਸੀ ਕਿ ਕੋਈ ਕੰਟਰੈਕਟ ਹੋਊਗਾ, ਝੂਠਾ ਵਿਆਹ ਹੋ ਰਿਹਾ ਸਿਰਫ ਕੈਨੇਡਾ ਐਂਟਰ ਕਰਨ ਵਾਸਤੇ। ਕੋਈ ਨਹੀਂ ਇਸ ਤਰੀਕੇ ਨਾਲ ਜਾਣਦਾ ਸੀ, ਨਾ ਕੈਨੇਡਾ ਦੀ ਸਰਕਾਰ ਇਸ ਤਰੀਕੇ ਨਾਲ ਸੋਚਦੀ ਸੀ। ਤੁਸੀਂ ਹੁਣੇ ਲਵਪ੍ਰੀਤ ਬਿਆੰਤੋਨਾ ਦੇ ਕੇਸ ਦੀ ਗੱਲ ਕੀਤੀ, ਇਸ ਚ ਕੀ ਸੱਚਾਈਆਂ ਨੇ, ਕੀ ਨਹੀਂ ਸੱਚਾਈਆਂ ਨੇ, ਕੀ ਗਰਾਊਂਡਸ ਨੇ, ਕੀ ਨਹੀਂ ਗਰਾਊਂਡਸ ਨੇ, ਉਹਨਾਂ ਚ ਨਹੀਂ ਮੈਂ ਪੈ ਰਿਹਾ ਹੈਗਾ। ਪਰ ਮੇਜਰ ਕੰਸਰਨਸ ਜਿਹੜੇ ਨੇ, ਜਦੋਂ ਵੀ ਕੋਈ ਐਸੀ ਸਟੋਰੀਜ਼ ਲਾਈਮਲਾਈਟਸ ਦੇ ਵਿੱਚ ਆਉਂਦੀਆਂ ਨੇ, ਉਹਦੇ ਨਾਲ 100% ਅਸਰ ਹੁੰਦਾ ਆ। ਤੁਸੀਂ ਅੱਜ ਤੋਂ 20 30 40 ਸਾਲ ਪਹਿਲਾਂ ਜਾਓ ਤਾਂ ਇੱਕ ਸਮਾਂ ਉਦੋਂ ਕਿ ਤੁਸੀਂ ਜਹਾਜ਼ ਫੜਿਆ, ਮੋਹਰ ਲਗਵਾਈ ਤੇ ਐਂਟਰ ਕਰ ਗਏ, ਤੇ ਅੱਜ ਦਾ ਸਮਾਂ ਉਹ ਕਿ ਜਦੋਂ ਤੁਹਾਡਾ ਇੱਕ ਇੱਕ ਡਾਕੂਮੈਂਟ ਨੂੰ ਚੰਗੀ ਤਰ੍ਹਾਂ ਘੋਖਿਆ ਜਾ ਰਿਹਾ। ਇਸ ਦੀ ਵਜ੍ਹਾ ਕੀ ਆ? ਇਸ ਦੀ ਵਜ੍ਹਾ ਇਹ ਆ ਕਿ ਅਸੀਂ ਸਿਸਟਮ ਦੇ ਨਾਲ ਖਿਲਵਾੜ ਕੀਤਾ। ਉਸ ਸਿਸਟਮ ਦੇ ਨਾਲ ਖਿਲਵਾੜ ਕਰਦੇ ਕਰਦੇ ਸਰਕਾਰਾਂ ਨੇ ਉਸ ਸਿਸਟਮ ਨੂੰ ਦੀ ਖਿਲਵਾੜ ਨੂੰ ਰੋਕਣ ਵਾਸਤੇ ਆਪਣੇ ਸਟੈਪਸ ਚੱਕੇ। ਮੇਰੀ ਗੁਜ਼ਾਰਿਸ਼ ਆ, ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਹਾਂ ਕਿ ਨਾਟ ਓਨਲੀ ਬਿਕੋਜ਼ ਕਿ ਆਪਾਂ ਕੈਨੇਡਾ ਦੇ ਵਿੱਚ ਐਂਟਰ ਹੋਣਾ ਹੈ, ਪਰ ਸਾਡੇ ਕਲਚਰ ਦੇ ਨਾਲ, ਸਾਡੇ ਇਤਿਹਾਸ ਦੇ ਨਾਲ ਇਹ ਚੀਜ਼ਾਂ ਮੇਲ ਨਹੀਂ ਖਾਂਦੀਆਂ ਹੈਗੀਆਂ। ਬਿਲਕੁਲ ਬਿਲਕੁਲ। ਮੈਰਿਜ ਆਫ ਕਨਵੀਨੀਅੰਸ ਜਿਹੜਾ ਆ, ਅੱਜ ਦੀ ਡੇਟ ਦੇ ਉੱਤੇ ਬਹੁਤ ਜ਼ਿਆਦਾ ਨੈਗੇਟਿਵ ਰਿਜ਼ਲਟਸ ਆ ਰਹੇ ਨੇ। ਸਪਾਊਸਲ ਪੀਆਰ ਦੇ ਕੇਸਿਸ ਹੋਣ ਜਾਂ ਖਾਸ ਕਰਕੇ ਸਪਾਊਸਲ ਓਪਨ ਪਰਮਿਟ ਦੇ ਕੇਸਿਸ ਹੋਣ। ਬਟ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਹੁੰਦਾ ਹੈ ਕਿ ਘਬਰਾਉਣ ਦੀ ਲੋੜ ਕਿਹਨੂੰ ਆ? ਦੇਖੋ, ਝੂਠ ਦੇ ਪੈਰ ਨਹੀਂ ਹੁੰਦੇ ਤੇ ਸੱਚ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਬਿਲਕੁਲ ਸਹੀ। ਅਗਰ ਝੂਠੀਆਂ ਮੈਰਿਜਸ ਨੇ, ਤੁਹਾਨੂੰ 100% ਡਰਨਾ ਚਾਹੀਦਾ ਹੈ। ਤੁਹਾਨੂੰ ਇਸ ਚੀਜ਼ ਦਾ ਡਰ ਹੋਣਾ ਚਾਹੀਦਾ ਕਿ ਹਾਂ ਮਿੱਤਰਾ, ਕਿ ਅਗਰ ਫੜੇਗੇ ਤੇ 5 ਸਾਲ ਦਾ ਬੈਨ ਲੱਗਾ ਹੀ ਲੱਗਾ। ਜੀ ਜੀ। ਅਗਰ ਸੱਚ ਹੈ ਤੇ ਅਗਰ ਉਹ ਰਿਫਿਊਜ਼ਲ ਆ ਵੀ ਗਈ, ਤੁਹਾਡੇ ਕੋਲ ਅਨੇਕਾਂ ਓਪਰਚੁਨਿਟੀਜ਼ ਨੇ ਕਰਨ ਵਾਸਤੇ ਕਿ ਸਾਡੀ ਮੈਰਿਜ ਜਿਹੜੀ ਆ ਉਹ ਇਟਸ ਨਾਟ ਮੈਰਿਜ ਆਫ ਕਨਵੀਨੀਅੰਸ। ਕਿਉਂਕਿ ਸੱਚ ਨੂੰ ਤੁਸੀਂ ਕਈ ਤਰੀਕੇ ਨਾਲ ਸਾਬਤ ਕਰ ਸਕਦੇ ਹੋ। ਬਿਲਕੁਲ ਸਹੀ। ਇੱਕ ਵਾਰੀ ਕਾਗਜ਼ੀ ਤੌਰ ਤੇ ਪੇਸ਼ ਕੀਤਾ ਹੁੰਦਾ ਆ, ਰਿਐਲਿਟੀ ਤੌਰ ਤੇ ਉਹਨੂੰ ਪੇਸ਼ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਮੈਨੂੰ ਪਤਾ ਹੈ ਕਿ ਇਸ ਚੀਜ਼ ਦਾ ਅਸਰ ਥੋੜੇ ਜਿਹੇ ਉਹਨਾਂ ਲੋਕਾਂ ਦੇ ਉੱਤੇ ਵੀ ਹੋਊਗਾ ਜਿਨ੍ਹਾਂ ਦੀ ਸੱਚੀਆਂ ਮੈਰਿਜਸ ਨੇ। ਬਟ ਉਹਨਾਂ ਨੂੰ ਡਰਨ ਦੀ ਲੋੜ ਇਸ ਲਈ ਨਹੀਂ ਕਿਉਂਕਿ ਉਹਨਾਂ ਦਾ ਅਗਰ ਰਿਫਿਊਜ਼ਲ ਆ ਵੀ ਗਿਆ ਤਾਂ ਉਹਨੂੰ ਫਾਈਟ ਕੀਤਾ ਜਾ ਸਕਦਾ ਹੈ, ਪ੍ਰੂਵ ਕੀਤਾ ਜਾ ਸਕਦਾ ਕਿ ਮੈਰਿਜ ਸੱਚੀ ਆ। ਪਰ ਜਿੱਥੇ ਝੂਠੀ ਮੈਰਿਜ ਹੋਊਗੀ ਉੱਥੇ 100% ਪ੍ਰੋਬਲਮ ਆ। ਤੇ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰ ਰਿਹਾ, ਰਿਕੁਐਸਟ ਕਰ ਰਿਹਾ ਕਿ ਆਪਾਂ ਆਪਣੀ ਇਹ ਇਕੱਲਾ ਇੱਕ ਮੈਰਿਜ ਆਫ ਕਨਵੀਨੀਅੰਸ ਦਾ ਰੌਲਾ ਨਹੀਂ, ਇਹ ਸਾਡੀ ਸੈਲਫ ਆਈਡੈਂਟੀਟੀ ਤੇ ਸੈਲਫ ਰਿਸਪੈਕਟ ਦੇ ਉੱਤੇ ਵੀ ਸੱਟ ਮਾਰਦਾ। ਜਦੋਂ ਮੈਸੇਜ ਆ ਜਾਂਦਾ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਨਾਰਥ ਇੰਡੀਆ ਤੋਂ ਝੂਠੇ ਵਿਆਹ ਕਰਕੇ ਆ ਰਹੇ ਨੇ, ਤਾਂ ਉਹਦਾ ਮੈਸੇਜ ਜਿਹੜਾ ਆ ਉਹ ਕੱਲਾ ਇਮੀਗ੍ਰੇਸ਼ਨ ਪਰਸਪੈਕਟਿਵ ਨਾਲ ਨਹੀਂ, ਉਹ ਹੋਰ ਵੀ ਕੈਨੇਡਾ ਦੇ ਵਿੱਚ ਵਸਦੇ ਲੋਕਾਂ ਦੇ ਉੱਤੇ ਵੀ ਉਹਦਾ ਅਸਰ ਪੈਂਦਾ ਆ। ਸੋ ਆਪਾਂ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰੀਏ, ਨਾ ਕਿ ਇੱਕ ਸਿਰਫ ਦੁਨਿਆਵੀ ਤੌਰ ਦੇ ਉੱਤੇ ਇੱਕ ਬਾਰਡਰ ਨੂੰ ਕ੍ਰਾਸ ਕਰਨ ਵਾਸਤੇ ਇਹੋ ਜਿਹੀਆਂ ਗਲਤ ਸਟੈਪਸ ਲੈ ਕੇ
ਕੈਨੇਡਾ ਐਂਟਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਯੈਸ, ਇਸ 'ਚ ਕੋਈ ਸ਼ੱਕ ਨਹੀਂ ਕਿ ਸਪਾਊਸਲ ਓਪਨ ਵਰਕ ਪਰਮਿਟ ਤੇ ਸਪਾਊਸਲ ਪੀਆਰ ਦੇ ਉੱਤੇ ਥੋੜੀ ਜਿਹੀ ਤੰਗੀ ਆਊਗੀ, ਪਰ ਜਿਹੜੀ ਉਹ ਜੀ। ਤੰਗੀ ਆ ਰਹੀ ਆ ਉਹ ਘਬਰਾਉਣਾ ਉਹਨਾਂ ਨੂੰ ਚਾਹੀਦਾ ਆ ਜਿਨ੍ਹਾਂ ਨੇ ਕੁਝ ਗਲਤ ਕੀਤਾ ਹੋਇਆ। ਜਿਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਜੀ, ਲਾਸਟ ਮੇਰਾ ਸਵਾਲ ਇਹੀ ਹੈ ਸੰਦੀਪ ਜੀ ਤੁਹਾਨੂੰ ਕਿ ਕੀ ਖਾਸ ਜਿਹੜੀਆਂ ਚੀਜ਼ਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋ ਕਿ ਕੋਈ ਚੀਜ਼ ਜਿਹੜੀ ਆ ਰਹਿ ਗਈ ਹੋਵੇ ਜਿਹਦੇ ਵੱਲ ਧਿਆਨ ਦਿਵਾਉਣਾ ਤੁਸੀਂ ਚਾਹੁੰਦੇ ਆ, ਕੋਈ ਖਾਸ ਸੁਨੇਹਾ ਜਿਹੜਾ ਵਿਦਿਆਰਥੀਆਂ ਜਿਹੜੇ ਇੱਥੇ ਬੈਠੇ ਆ ਜਾਂ ਜਿਹੜੇ ਕੈਨੇਡਾ ਗਏ। ਇੱਕ ਤਾਂ ਖਾਸ ਤੁਸੀਂ ਇਹ ਦੱਸ ਹੀ ਦਿੱਤਾ ਕਿ ਤੁਹਾਡਾ ਸੈਮੀਨਾਰ ਹੋ ਰਿਹਾ ਉਹਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ ਜਿਹੜੇ ਇਕੱਲੇ ਬੈਠ ਕੇ ਜਾਂ ਇਹ ਹੁੰਦਾ ਕਿ ਇੱਕ ਪਰਸਨ ਨੂੰ ਮਿਲੇ ਆ ਜਾਂ ਤੁਹਾਡੇ ਨਾਲ ਕਿਸੇ ਦਾ ਰਾਬਤਾ ਨਹੀਂ ਹੁੰਦਾ ਜਾਂ ਤੁਹਾਡੀ ਟੀਮ ਦੇ ਕਿਸੇ ਹੋਰ ਸੀਨੀਅਰ ਮੈਂਬਰ ਨੂੰ ਮਿਲਣਾ ਹੁੰਦਾ, ਉਹ ਸਭ ਹੱਲ ਹੋ ਜਾਣਗੇ। ਫਿਰ ਵੀ ਕੋਈ ਖਾਸ ਚੀਜ਼ ਰਹਿ ਗਈ ਹੋਵੇ ਜਿਹਦੇ ਵੱਲ ਤੁਸੀਂ ਧਿਆਨ ਦਿਵਾਉਣਾ ਚਾਹੁੰਦੇ ਹੋਵੋ? ਸੋ ਹਰੇਕ ਸ਼ਨੀਵਾਰ ਨੂੰ ਅਸੀਂ ਇੱਕ ਲਾਈਵ ਵੈਬਿਨਾਰ ਕਰਦੇ ਹਾਂ। ਅੱਗੇ ਜਿਹੜਾ ਲਾਈਵ ਵੈਬਿਨਾਰ ਹੁੰਦਾ ਸੀ ਫੇਸਬੁੱਕ ਤੇ ਹੁੰਦਾ ਸੀ, ਤੁਸੀਂ ਮੈਸੇजेस ਛੱਡ ਦਿੰਦੇ ਸੀ ਤੇ ਅਸੀਂ ਉਹਨਾਂ ਮੈਸੇजेस ਤੇ ਜਵਾਬ ਦਿੰਦੇ ਸੀਗੇ। ਇਸ ਸ਼ਨੀਵਾਰ ਤੋਂ ਜਿਹੜਾ ਵੈਬਿਨਾਰ ਹੋਇਆ ਕਰੂਗਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੋ ਪੰਜਾਬ ਦੇ ਨੰਬਰ ਤੇ ਕਾਲ ਕਰੋ, ਮੈਂ ਤੁਹਾਨੂੰ ਲਾਈਵ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ। ਸੋ ਇਹ ਇੱਕ ਬਹੁਤ ਵਧੀਆ ਓਪਰਚੁਨਿਟੀ ਆ ਜਦੋਂ ਤੁਸੀਂ ਇੱਕ ਲਾਇਸੈਂਸਡ ਕੰਸਲਟੈਂਟ ਦੇ ਨਾਲ ਸਿੱਧਾ ਡਾਇਰੈਕਟਲੀ 1 ਘੰਟਾ 1.5 ਘੰਟਾ ਗੱਲਬਾਤ ਕਰ ਸਕਦੇ ਹੋ, ਆਪਣੇ ਸਵਾਲ ਪੁੱਛ ਸਕਦੇ ਹੈਗੇ। ਉਸ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਲੋਕਾਂ ਨੂੰ ਐਜੂਕੇਟ ਕਰ ਸਕੀਏ। ਮੈਂ ਨਹੀਂ ਕਹਿ ਰਿਹਾ ਕਿ ਮੈਂ ਬਿਜ਼ਨਸ ਨਹੀਂ ਕਰ ਰਿਹਾ, ਆਫ ਕੋਰਸ ਇਹ ਹੀ ਮੇਰਾ ਫੂਡ ਆ, ਰੋਜ਼ੀ ਰੋਟੀ ਵੀ ਹੈ ਮਿਲਦੀ ਹੈਗੀ ਆ, ਬਟ ਮੈਂ ਆਪਣੀ ਕੀਰਤੀ ਇਸ ਤਰੀਕੇ ਨਾਲ ਕਰਨਾ ਚਾਹੁੰਦਾ ਕਿ ਕੱਲ ਸ਼ਾਮੀ ਜਾ ਕੇ ਮੈਂ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਫੇਸ ਕਰ ਸਕਾਂ। ਸੋ ਅਸੀਂ ਹਰੇਕ ਸ਼ਨੀਵਾਰ ਲੋਕਾਂ ਨੂੰ ਐਜੂਕੇਟ ਕਰਦੇ ਹਾਂ। ਹਾਂ, ਉਸ ਐਜੂਕੇਸ਼ਨ ਦਾ ਕੋਈ ਅਸਰ ਹੋ ਰਿਹਾ ਨਹੀਂ ਹੋ ਰਿਹਾ ਉਹ ਜਿਹੜੇ ਸੁਣਨ ਵਾਲੇ ਆ ਉਹਨਾਂ ਤੇ ਡਿਪੈਂਡ ਕਰਦਾ ਆ। ਪਰ ਮੈਂ ਬਾਰ-ਬਾਰ ਇਹ ਗੱਲ ਜ਼ਰੂਰ ਕਹਿੰਦਾ ਹਾਂ ਕਿ ਜੋ ਕੈਨੇਡੀਅਨ ਲਾਅ ਕਹਿੰਦਾ, ਅਗਰ ਤੁਸੀਂ ਕੈਨੇਡਾ ਚ ਆ ਰਹੇ ਹੋ ਤੇ ਤੁਹਾਨੂੰ ਕੈਨੇਡੀਅਨ ਲਾਅ ਦੇ ਹਿਸਾਬ ਨਾਲ ਚੱਲਣਾ ਪਵੇਗਾ। ਤੇ ਕੈਨੇਡੀਅਨ ਲਾਅ ਇਹ ਗੱਲ ਕਹਿੰਦਾ ਹੈ ਕਿ ਗੋਸਟ ਕੰਸਲਟੈਂਟਸ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ। ਕੰਮ ਹੀ ਨਹੀਂ, ਅਗਰ ਸਰਕਾਰ ਨੂੰ ਇਹ ਗੱਲ ਪਤਾ ਚੱਲੇ ਕਿ ਯੂ ਆਰ ਵਰਕਿੰਗ ਵਿਦ ਅ ਗੋਸਟ ਕੰਸਲਟੈਂਟ, ਯੋਰ ਫਾਈਲ ਕੈਨ ਬੀ ਰਿਫਿਊਜ਼ਡ ਔਰ ਰਿਟਰਨਡ। ਮੈਂ ਨਹੀਂ ਕਹਿ ਰਿਹਾ, ਤੁਸੀਂ CIC ਦੀ ਵੈਬਸਾਈਟ ਤੇ ਜਾਓ, ਉਸ ਦੇ ਉੱਤੇ ਲਿਖੋ ਕਿ ਆਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਕੌਣ ਹੁੰਦੇ ਆ। ਉਸੇ ਪੈਰਾਗ੍ਰਾਫ ਦੇ ਵਿੱਚ ਸੈਕਿੰਡ ਲਾਸਟ ਲਾਈਨ ਦੇ ਵਿੱਚ ਇਹ ਬਹੁਤ ਕਲੀਅਰਲੀ ਲਿਖਿਆ ਆ। ਸੋ ਇਹਨਾਂ ਚੀਜ਼ਾਂ ਤੋਂ ਬਚੋ, ਸਹੀ ਸਟੈਪਸ ਲਵੋ, ਸ਼ਾਰਟਕਟਸ ਲੈਣ ਦੀ ਕੋਸ਼ਿਸ਼ ਨਾ ਕਰੋ। ਹਰੇਕ ਸ਼ਨੀਵਾਰ ਨੂੰ ਲਾਈਵ ਵੈਬਿਨਾਰ ਦੇ ਵਿੱਚ ਜੁਆਇਨ ਕਰਿਆ ਕਰੋ ਅਤੇ 28, 29, 30 ਨੂੰ ਅਗਰ ਤੁਹਾਡੇ ਯਾਰ ਦੋਸਤ ਸੱਜਣ ਮਿੱਤਰ ਕੈਨੇਡਾ ਦੇ ਵਿੱਚ ਨੇ, ਖਾਸ ਤੌਰ ਤੇ ਅਗਰ ਬਰੈਂਪਟਨ ਦੇ ਵਿੱਚ ਨੇ, ਤਾਂ ਸਾਨੂੰ ਸੰਪਰਕ ਕਰੋ। ਅਗਰ ਉਹਨਾਂ ਨੂੰ ਜੌਬਸ ਦੀ ਲੋੜ ਆ ਜਾਂ PR ਦੀ ਵਿੱਚ ਕੋਈ ਮਦਦ ਦੀ ਲੋੜ ਆ ਤਾਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਇੰਨਾ ਹੀ ਨਹੀਂ, ਅਕਤੂਬਰ ਦੇ ਮਹੀਨੇ ਦੇ ਵਿੱਚ ਸਾਡੇ ਜਿਹੜੇ ਆਫਿਸ ਦੇ ਡਾਇਰੈਕਟਰ ਨੇ, ਕੈਨੇਡੀਅਨ ਡਾਇਰੈਕਟਰ ਨੇ ਤਰਨਵੀਰ ਸਿੰਘ, ਉਹ 15 ਦਿਨਾਂ ਵਾਸਤੇ ਪੰਜਾਬ ਦੀ ਧਰਤੀ ਤੇ ਆ ਰਹੇ ਨੇ। ਉੱਥੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸੈਮੀਨਾਰਸ ਵੀ ਹੋਣਗੇ। ਅਸੀਂ ਔਨ 에ਅਰ ਦੇ ਥਰੂ ਤੁਹਾਨੂੰ ਉਸ ਦੇ ਬਾਰੇ ਵੀ ਇਨਫੋਰਮੇਸ਼ਨ ਦਾਂਗੇ। ਬਟ ਅਕਤੂਬਰ ਦੇ ਜਿਹੜੇ 15 ਦਿਨ ਨੇ, ਪੰਜਾਬ ਤੋਂ ਲੋਕੀ ਕਿਸ ਤਰੀਕੇ ਨਾਲ ਪੱਕੇ ਵਸਨੀਕ ਬਣ ਕੇ ਜਾਂ ਜਿਹੜੇ ਫਾਰਮਰ ਭਰਾ ਨੇ ਸਾਡੇ, ਉਹ ਕਿਸ ਤਰੀਕੇ ਨਾਲ ਇਨਵੈਸਟਮੈਂਟਸ ਕਰਕੇ ਜਾਂ ਬਿਜ਼ਨੈਸਸ ਜਿਹੜੇ ਨੇ ਉਹ ਕਿਵੇਂ ਇਨਵੈਸਟਮੈਂਟਸ ਕਰਕੇ ਜਾਂ ਸਟੱਡੀ ਪਰਮਿਟਸ, ਸੋ ਕਈ ਜਿਹੜੀਆਂ ਆਪਸ਼ਨਸ ਨੇ ਉਹਨਾਂ ਸੈਮੀਨਾਰਸ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਸੋ ਅਕਤੂਬਰ ਦੇ ਪਹਿਲੇ 15 ਦਿਨ ਆਪਣੇ ਵਿਹਲੇ ਰੱਖਿਓ ਸੋ ਦੈਟ ਤੁਸੀਂ ਤਰਨਵੀਰ ਸਿੰਘ ਉਹਨਾਂ ਨੂੰ ਮਿਲ ਸਕੋ। ਜੀ, ਬਹੁਤ-ਬਹੁਤ ਸ਼ੁਕਰੀਆ ਸੰਦੀਪ ਜੀ ਸਾਨੂੰ ਵਕਤ ਦੇਣ ਦੇ ਲਈ। ਔਰ ਇਹ ਬਰੈਂਪਟਨ ਇਮੀਗ੍ਰੇਸ਼ਨ ਤੋਂ ਸਨ ਸੰਦੀਪ ਜੀ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਕੱਲੇ ਸਟੱਡੀ ਵੀਜ਼ਾ ਦੇ ਲਈ ਨਹੀਂ, ਵਿਦਿਆਰਥੀਆਂ ਦੇ ਲਈ ਨਹੀਂ, ਔਰ ਬਹੁਤ ਸਾਰੇ ਆਪਸ਼ਨ ਹੈਗੇ ਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਬਿਜ਼ਨਸਮੈਨ ਆ ਜਿਹੜੇ ਕੈਨੇਡਾ ਦੀ ਧਰਤੀ ਤੇ ਜਾ ਕੇ ਉੱਥੇ ਵਸਣ ਦਾ ਜਿਹੜਾ ਸੁਪਨਾ ਦੇਖਦੇ ਆ। ਸੋ ਇਹਨਾਂ ਸਾਰਿਆਂ ਨੂੰ ਗਾਈਡੈਂਸ ਦਿੱਤੀ ਜਾਊਗੀ, ਔਰ ਖਾਸ ਤੌਰ 'ਤੇ ਰਜਿਸਟਰਡ ਜਿਹੜੇ ਕੰਸਲਟੈਂਟਸ ਹੈਗੇ ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਨੇ ਸੰਦੀਪ ਜੀ। ਸੋ ਇਹਨਾਂ ਦੇ ਨਾਲ ਜੁੜ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਔਰ ਖਾਸ ਤੌਰ ਤੇ ਜਦੋਂ ਗਾਹੇ ਬਗਾਹੇ ਬਹੁਤ ਸਾਰੇ ਏਜੰਟਸ ਦੇ ਕੋਲ ਜਾਂਦੇ ਔਰ ਬਹੁਤ ਸਾਰੀਆਂ ਸਲਾਹਾਂ ਮਿਲਦੀਆਂ ਤੇ ਉਹ ਸਲਾਹਾਂ ਸੱਚੀਆਂ ਕਿਹਦੀਆਂ ਝੂਠੀਆਂ ਕਿਹਦੀਆਂ ਉਹ ਵੀ ਇਹਨਾਂ ਦੇ ਕੋਲੇ ਜਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਇਹਨਾਂ ਹੀ ਦਿਓ ਇਜਾਜ਼ਤ। ਸ਼ੁਕਰੀਆ।